Good morning, students. Now we will start our next topic, topic number 4th of chapter 1st. ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਡਿਫਾਈਨ ਕਰਾਂਗੇ ਕਿ ਗੁੱਡਸ ਕਿਹਨੂੰ ਕਿਹਾ ਜਾਂਦਾ। ਠੀਕ ਹੈ, ਗੁੱਡ ਦਾ ਕੀ ਮੀਨਿੰਗ ਆ। ਕਹਿੰਦੇ ਇਨ ਇਕਨੋਮਿਕਸ ਗੁੱਡ ਮੀਨਸ ਐਨੀਥਿੰਗ ਵਿਚ ਹੈਜ਼ a definite shape, size, economic value and volume and is capable of ਸੈਟਿਸਫਾਈਂਗ ਹਿਊਮਨ ਵਾਂਟਸ। ਕਹਿੰਦੇ ਇਕਨੋਮਿਕਸ ਦੀ ਭਾਸ਼ਾ ਦੇ ਵਿੱਚ ਜੇ ਗੁੱਡ ਨੂੰ ਆਪਾਂ ਡਿਫਾਈਨ ਕਰਦੇ ਹਾਂ ਤੇ ਗੁੱਡ ਕੋਈ ਵੀ ਚੀਜ਼ ਹੋ ਸਕਦੀ ਹੈ ਜਿਹਦੀ ਇੱਕ ਸਪੈਸੀਫਿਕ ਸ਼ੇਪ ਹੋਵੇ, ਠੀਕ ਹੈ, ਇਹਦਾ ਇੱਕ ਸਾਈਜ਼ ਹੋਵੇ ਜਾਂ ਫਿਰ ਇਹਦੀ ਇੱਕ ਸਪੈਸੀਫਿਕ ਕੀ ਹੋਵੇ, ਇਕਨੋਮਿਕ ਵੈਲਿਊ। ਹੁਣ ਦੇਖੋ ਇਕਨੋਮਿਕ ਵੈਲਿਊ ਦਾ ਕੀ ਅਰਥ ਹੈ। ਦੇਖੋ ਇੱਕ ਕੋਈ ਵੀ ਆਪਾਂ ਸ਼ੌਪਕੀਪਰ ਤੋਂ ਪੈਨ ਖਰੀਦਦੇ ਆ, ਮੰਨ ਲਓ ਉਹ ਪੈਨ ਆਪਾਂ ਨੂੰ ਮਿਲਦਾ 10 ਰੁਪਈਸ ਦੇ ਵਿੱਚ। ਹੁਣ ਉਸ ਪੈਨ ਦੀ ਇਕਨੋਮਿਕ ਵੈਲਿਊ ਕਿੰਨੀ ਹੋਈ, 10 ਰੁਪਈਸ। ਠੀਕ ਹੈ, ਮਤਲਬ ਜਿਹੜੇ 10 ਰੁਪਈਸ ਆ ਉਹ ਉਸ ਪੈਨ ਦੀ ਇਕਨੋਮਿਕ ਵੈਲਿਊ ਹੋਈ ਕਿਉਂਕਿ ਆਪਾਂ ਉਹ 10 ਰੁਪਈਸ ਪੇ ਕਰਕੇ ਆਪਾਂ ਉਹਨਾਂ ਨੂੰ ਖਰੀਦ ਸਕਦੇ ਹਾਂ। ਠੀਕ ਹੈ, ਜਾਂ ਫਿਰ ਉਹ ਚੀਜ਼ ਜਿਹਦੀ ਇੱਕ ਵੋਲਿਊਮ ਹੋਵੇ। ਵੋਲਿਊਮ ਮਤਲਬ ਜਦੋਂ ਆਪਾਂ ਕੋਈ ਵੀ ਚੀਜ਼ ਨੂੰ ਰੱਖਦੇ ਹਾਂ, ਮੰਨ ਲਓ ਆਪਾਂ ਇੱਕ ਫੋਰ ਐਗਜ਼ਾਮਪਲ ਟੇਬਲ ਆ, ਠੀਕ ਹੈ, ਟੇਬਲ 'ਤੇ ਆਪਾਂ ਇੱਕ ਬੁੱਕ ਰੱਖਦੇ ਹਾਂ ਤਾਂ ਉਹ ਕੀ ਇੱਕ ਚੌਰਸ ਜਗ੍ਹਾ ਘੇਰਦੀ ਹੈ, ਰਿਕਟੈਂਗਲ ਟਾਈਪਸ। ਠੀਕ ਹੈ, ਉਹਨੂੰ ਆਪਾਂ ਬੋਲਦੇ ਹਾਂ ਵੀ ਉਸ ਚੀਜ਼ ਦੀ ਇੱਕ ਵੋਲਿਊਮ ਆ ਐਂਡ ਇਜ਼ ਕੈਪੇਬਲ ਆਫ ਸੈਟਿਸਫਾਈਂਗ ਹਿਊਮਨ ਵਾਂਟ। ਤੇ ਉਹ ਕੋਈ ਵੀ ਚੀਜ਼ ਜੋ ਕੀ ਆ ਮਨੁੱਖ ਦੀਆਂ ਜ਼ਰੂਰਤਾਂ ਨੂੰ ਸੈਟਿਸਫਾਈ ਕਰੇ, ਸੰਤੁਸ਼ਟ ਕਰੇ, ਉਹਨੂੰ ਆਪਾਂ ਕੀ ਬੋਲਦੇ ਹਾਂ, ਗੁੱਡ ਬੋਲਦੇ ਹਾਂ। ਠੀਕ ਹੈ, ਫੋਰ ਐਗਜ਼ਾਮਪਲ ਆਪਾਂ ਗੁੱਡਸ ਵਸਤੂਆਂ ਦੀ ਐਗਜ਼ਾਮਪਲ ਕੀ ਦੇ ਸਕਦੇ ਆ, ਪੈਨ, ਕਾਪੀ, ਲੈਪਟਾਪ, ਫੋਨ। ਠੀਕ ਹੈ, ਜਿਵੇਂ ਪੈਨ ਦੀ ਇੱਕ ਇਕਨੋਮਿਕ ਵੈਲਿਊ ਵੀ ਹੈਗੀ ਆ, ਸ਼ੇਪ ਵੀ ਹੈਗੀ ਆ, ਸਾਈਜ਼ ਵੀ ਹੈਗੀ ਆ, ਵੋਲਿਊਮ ਵੀ ਹੈਗਾ। ਠੀਕ ਹੈ, ਕਾਪੀ ਆ, ਠੀਕ ਹੈ, ਇਹਦੀ ਵੀ ਇਕਨੋਮਿਕ ਵੈਲਿਊ, ਇਹਦੀ ਵੀ ਸ਼ੇਪ ਆ, ਲੈਪਟਾਪ ਆ, ਇੱਦਾਂ ਹੀ ਸੇਮ ਫੋਨ, ਮੋਬਾਈਲ ਫੋਨਸ ਆਪਾਂ ਕਹਿ ਸਕਦੇ ਹਾਂ। ਠੀਕ ਹੈ, ਇਸ ਤੋਂ ਅੱਗੇ ਦੇਖੋ ਗੁੱਡਸ ਪ੍ਰੋਡਿਊਸ ਇਨ ਦਾ ਇਕੋਨਮੀ ਆਰ ਕਲਾਸੀਫਾਈਡ ਇਨ 2 ਕੈਟਾਗਰੀਜ਼। ਆਪਣੀ ਇਕੋਨਮੀ ਦੇ ਵਿੱਚ ਸਾਰੀ ਅਰਥ ਵਿਵਸਥਾ ਦੇ ਵਿੱਚ ਜਿਹੜੀਆਂ ਗੁੱਡਸ ਨੂੰ 2 ਪਾਰਟਸ ਦੇ ਵਿੱਚ ਕੀ ਆ ਡਿਵਾਈਡ ਕੀਤਾ ਜਾਂਦਾ। ਫਸਟ ਟਾਈਪ ਹੈਗੀ ਆ ਫਾਈਨਲ ਗੁੱਡਸ ਐਂਡ ਇੰਟਰਮੀਡੀਏਟਰੀ ਗੁੱਡਸ। ਠੀਕ ਹੈ, ਜਾਂ ਇੰਟਰਮੀਡੀਏਟ ਗੁੱਡਸ। ਦੂਸਰੀ ਟਾਈਪ ਹੈਗੀ ਆ ਕੰਜ਼ੰਪਸ਼ਨ ਗੁੱਡਸ ਐਂਡ ਕੈਪੀਟਲ ਗੁੱਡਸ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਇਹਨੂੰ ਪੰਜਾਬੀ ਦੇ ਵਿੱਚ ਕਿਵੇਂ ਲਿਖਾਂਗੇ, ਅੰਤਿਮ ਵਸਤੂਆਂ ਅਤੇ ਮੱਧਵਰਤੀ ਵਸਤੂਆਂ। ਇਹਨੂੰ ਲਿਖਦੇ ਆਪਾਂ ਅਭੋਗ ਵਸਤੂਆਂ ਅਤੇ ਪੂੰਜੀ ਵਸਤੂਆਂ। ਕਲੀਅਰ। ਸਭ ਤੋਂ ਪਹਿਲਾਂ ਆਪਾਂ ਡਿਫਾਈਨ ਕਰਾਂਗੇ ਕਿ ਵਟ ਆਰ ਫਾਈਨਲ ਗੁੱਡਸ। ਅੰਤਿਮ ਵਸਤੂਆਂ ਕਿਹੜੀਆਂ ਹੁੰਦੀਆਂ। ਦੇਖੋ ਫਾਈਨਲ ਗੁੱਡਸ ਆਰ ਦੋਜ਼ ਗੁੱਡਸ ਵਿਚ ਹੈਵ ਕ੍ਰੋਸਡ ਦਾ ਬਾਉਂਡਰੀ ਲਾਈਨ ਆਫ ਪ੍ਰੋਡਕਸ਼ਨ। ਕਹਿੰਦੇ ਫਾਈਨਲ ਗੁੱਡਸ ਅੰਤਿਮ ਵਸਤੂਆਂ ਉਹ ਵਸਤੂਆਂ ਹੁੰਦੀਆਂ ਜਿਨ੍ਹਾਂ ਨੇ ਆਪਣੀ ਪ੍ਰੋਡਕਸ਼ਨ ਦੀ ਬਾਉਂਡਰੀ ਲਾਈਨ ਨੂੰ ਕ੍ਰੋਸ ਕਰ ਚੁੱਕੀਆਂ ਹੁੰਦੀਆਂ। ਦੇਖੋ ਮੰਨ ਲਓ ਕੋਈ ਵੀ ਪ੍ਰੋਡਕਸ਼ਨ, ਕਿਸੇ ਵੀ ਚੀਜ਼ ਦੀ ਪ੍ਰੋਡਕਸ਼ਨ ਹੋ ਰਹੀ ਆ। ਹੁਣ ਪਹਿਲਾਂ ਕੀ ਆ, ਉਹਦੀ ਪ੍ਰੋਡਕਸ਼ਨ ਦੀ ਸਟਾਰਟਿੰਗ ਹੋਊਗੀ, ਉਹਦਾ ਰॉ ਮਟੀਰੀਅਲ ਹੋਊਗਾ। ਠੀਕ ਹੈ, ਦੈਨ ਕੀ ਆ, ਮਸ਼ੀਨਾਂ ਦੁਆਰਾ ਉਹਨੂੰ ਬਣਾਇਆ ਜਾਊਗਾ, ਦੈਨ ਉਹਨੂੰ ਪੈਕ ਕੀਤਾ ਜਾਊਗਾ। ਠੀਕ ਹੈ, ਹੁਣ ਇੱਦਾਂ ਮੰਨ ਲਿਆ ਜਾ ਸਕਦਾ ਵੀ ਆਹ ਉਹਦੀ ਬਾਉਂਡਰੀ ਲਾਈਨ ਹੋ ਗਈ। ਤੇ ਫਾਈਨਲ ਗੁੱਡਸ ਉਹ ਬਾਉਂਡਰੀ ਲਾਈਨ ਨੂੰ ਕੀ ਆ ਕ੍ਰੋਸ ਕਰ ਚੁੱਕੀਆਂ ਹੁੰਦੀਆਂ, ਮਤਲਬ ਉਹਨਾਂ ਦੀ ਸਾਰੀ ਪ੍ਰੋਡਕਸ਼ਨ ਉਹ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਚੁੱਕੀਆਂ ਤੇ ਉਹਨਾਂ ਦੀ ਹੁਣ ਆਪਾਂ ਸਿੱਧੀ ਕੀ ਕਰਨੀ ਆ, ਕੰਜ਼ੰਪਸ਼ਨ ਕਰਨੀ ਆ, ਆਪਾਂ ਉਹਨੂੰ ਯੂਜ਼ ਕਰਨਾ। ਠੀਕ ਹੈ, ਉਹ ਯੂਜ਼ ਕਰਨ ਦੇ ਲਈ ਪੂਰੀ ਤਰ੍ਹਾਂ ਤਿਆਰ ਹੁੰਦੀ ਆ। ਸੋ ਉਹ ਕੀ ਆ ਆਪਣੀ ਪ੍ਰੋਡਕਸ਼ਨ ਦੀਆਂ ਸਾਰੀ ਬਾਉਂਡਰੀ ਲਾਈਨ ਨੂੰ ਕ੍ਰੋਸ ਕਰ ਚੁੱਕੀ ਆ, ਉਹਨੂੰ ਆਪਾਂ ਫਾਈਨਲ ਗੁੱਡਸ ਬੋਲਦੇ ਹਾਂ। ਜਾਂ ਫਿਰ ਦੇਖੋ final goods are nothing but those goods which are used either for consumption or for investment। ਕਹਿੰਦੇ ਫਾਈਨਲ ਗੁੱਡਸ ਉਹਨਾਂ ਨੂੰ ਵੀ ਕਿਹਾ ਜਾ ਸਕਦਾ ਜਿਨ੍ਹਾਂ ਵਸਤੂਆਂ ਦੀ ਵਰਤੋਂ ਕੰਜ਼ੰਪਸ਼ਨ ਲਈ, ਉਪਭੋਗ ਲਈ ਕੀਤੀ ਜਾਂਦੀ ਹੈ ਜਾਂ ਫਿਰ ਨਿਵੇਸ਼ ਲਈ ਕੀਤੀ ਜਾਂਦੀ ਹੈ। ਠੀਕ ਹੈ, therefore all the goods that are purchased by the consumer households are final goods। ਕਹਿੰਦੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਜਿਹੜੇ ਹਾਊਸ ਹੋਲਡ ਹੁੰਦੇ ਆ, ਮਤਲਬ ਆਪਾਂ, ਠੀਕ ਹੈ, ਆਮ ਵਿਅਕਤੀ ਜੋ ਇੱਕ ਪਰਿਵਾਰ ਦੇ ਵਿੱਚ ਰਹਿੰਦਾ, ਠੀਕ ਹੈ, ਕੋਈ ਵੀ ਵਸਤੂਆਂ ਖਰੀਦਦਾ, ਠੀਕ ਹੈ, ਉਹ ਵਸਤੂਆਂ ਪੂਰੀ ਤਰ੍ਹਾਂ ਬਣ ਕੇ ਤਿਆਰ ਹੁੰਦੀਆਂ। ਨਾ ਹੀ ਆਪਾਂ ਉਹਨਾਂ ਨੂੰ ਅੱਗੇ ਰੀਸੇਲ ਕਰਨਾ ਹੁੰਦਾ, ਉਹ ਆਪਣੀਆਂ ਸਿੱਧੀਆਂ ਆਪਣੀਆਂ ਜਿਹੜੀਆਂ ਵਾਂਟਸ ਹੁੰਦੀਆਂ ਉਹਨੂੰ ਸੈਟਿਸਫਾਈ ਕਰਦੀਆਂ, ਉਹਨੂੰ ਆਪਾਂ ਫਾਈਨਲ ਗੁੱਡਸ ਬੋਲਦੇ ਹਾਂ। ਠੀਕ ਹੈ, ਦੇਖੋ ਫੋਰ ਐਗਜ਼ਾਮਪਲ ਵੀਟ ਯੂਜ਼ਡ ਬਾਈ ਦਾ ਹਾਊਸ ਹੋਲਡ ਔਰ ਫॉर ਕੰਜ਼ੰਪਸ਼ਨ। ਕਹਿੰਦੇ ਜੇ ਕਣਕ ਆ, ਠੀਕ ਹੈ, ਕੋਈ ਵੀ ਹਾਊਸ ਹੋਲਡ ਦੁਆਰਾ ਖਰੀਦੀ ਜਾਂਦੀ ਆ, ਉਹ ਆਪਣੇ ਭੋਗ ਦੇ ਲਈ ਖਰੀਦਦਾ ਤਾਂ ਉਹਨੂੰ ਆਪਾਂ ਕਹਾਂਗੇ ਉਹ ਫਾਈਨਲ ਗੁੱਡ ਆ। ਠੀਕ ਹੈ, ਜਾਂ ਫਿਰ ਕੋਈ ਵੀ ਵਿਅਕਤੀ ਆ ਮਸ਼ੀਨਰੀ ਖਰੀਦਦਾ, ਠੀਕ ਹੈ, ਉਹ ਮਸ਼ੀਨਰੀ ਕਾਹਤੋਂ ਖਰੀਦਦਾ ਕਿਉਂਕਿ ਉਹਨੇ ਇਨਵੈਸਟਮੈਂਟ ਕੀਤੀ ਹੁੰਦੀ ਆ। ਸੋ ਉਹ ਵਾਲੀ ਮਸ਼ੀਨਰੀ ਜੋ ਇਨਵੈਸਟਮੈਂਟ ਲਈ ਯੂਜ਼ ਕੀਤੀ ਜਾਂਦੀ ਹੈ ਉਹਨੂੰ ਕੀ ਬੋਲਦੇ ਆ, ਆਪਾਂ ਉਹਨੂੰ ਵੀ ਫਾਈਨਲ ਗੁੱਡ ਕਹਾਂਗੇ। ਠੀਕ ਹੈ, ਦੇਖੋ ਫਾਈਨਲ ਗੁੱਡਸ ਆਰ ਨਾਈਦਰ ਰੀਸੋਲਡ nor used for the any further transformation in the process of production।
ਦੇਖੋ ਕਹਿੰਦੇ ਫਾਈਨਲ ਗੁड्स ਦੀ ਉਹਦੇ ਹੋਰ ਕੀ ਫੀਚਰ ਆ, ਕਹਿੰਦੇ ਫਾਈਨਲ ਗੁड्स ਨੂੰ ਅੱਗੇ ਰੀਸੋਲਡ ਨਹੀਂ ਕੀਤਾ ਜਾਂਦਾ, ਅੱਗੇ ਰੀਸੇਲ ਨਹੀਂ ਕੀਤਾ ਜਾਂਦਾ। ਰੀਸੇਲ ਦਾ ਮਤਲਬ ਕੀ ਆ, ਆਪਾਂ ਕੋਈ ਵੀ ਵਸਤੂਆਂ ਜੋ ਆਪਾਂ ਆਪਦੇ ਪਰਸਨਲ ਯੂਜ਼ ਲਈ ਖਰੀਦਦੇ ਆ, ਆਪਾਂ ਉਹਨਾਂ ਨੂੰ ਅੱਗੇ ਨਹੀਂ ਵੇਚਦੇ, ਠੀਕ ਹੈ। ਉਹਨਾਂ ਨੂੰ ਆਪਾਂ ਫਾਈਨਲ ਗੁड्स ਕਹਿੰਦੇ ਆ, ਕਿਉਂਕਿ ਉਹ ਸਿਰਫ ਆਪਾਂ ਆਪਦੇ ਪਰਸਨਲ ਯੂਜ਼ ਲਈ ਲਿਆਉਂਦੇ ਆ, ਠੀਕ ਹੈ, ਨਾ ਕਿ ਅੱਗੇ ਵੇਚਣ ਦੇ ਲਈ। ਸੋ ਉਹਨਾਂ ਨੂੰ ਆਪਾਂ ਫਾਈਨਲ ਗੁड्स ਬੋਲਦੇ ਆ, ਠੀਕ ਹੈ। ਜਾਂ ਫਿਰ ਕਹਿੰਦੇ ਉਹ ਵਾਲੀਆਂ ਵਸਤੂਆਂ ਜਿਨ੍ਹਾਂ ਦੀ ਵਰਤੋਂ ਹੋਰ ਕੋਈ ਵਸਤੂਆਂ ਬਣਾਉਣ ਦੇ ਵਿੱਚ ਨਹੀਂ ਕੀਤੀ ਜਾਂਦੀ, ਠੀਕ ਹੈ। ਜਿਵੇਂ ਹੁਣ ਆਪਾਂ ਕਹਿ ਸਕਦੇ ਹਾਂ, ਫੋਰ ਐਗਜ਼ਾਮਪਲ ਆਪਾਂ ਕੋਲਡ ਡਰਿੰਕ ਖਰੀਦ ਕੇ ਲੈ ਕੇ ਆਂਦਾ, ਠੀਕ ਹੈ। ਉਹ ਆਪਾਂ ਯੂਜ਼ ਕੀਤਾ, ਉਹ ਆਪਾਂ ਡਰਿੰਕ ਕੀਤਾ ਤਾਂ ਕਿ ਉਹ ਆਪਣੇ ਲਈ ਉਹਦੇ ਤੋਂ ਆਪਾਂ ਨੂੰ ਸੈਟਿਸਫੈਕਸ਼ਨ ਪ੍ਰਾਪਤ ਹੋਏ, ਨਾ ਕਿ ਆਪਾਂ ਉਹਦੇ ਤੋਂ ਹੋਰ ਕੋਈ ਚੀਜ਼ ਪ੍ਰੋਡਿਊਸ ਕਰਨੀ ਆ। ਸੋ ਉਹਨਾਂ ਨੂੰ ਫਾਈਨਲ ਗੁड्स ਬੋਲਿਆ ਜਾਂਦਾ, ਠੀਕ ਹੈ। ਇਸ ਤੋਂ ਅੱਗੇ ਦੇਖੋ ਟਾਈਪਸ ਆਫ ਫਾਈਨਲ ਗੁड्स। ਫਾਈਨਲ ਗੁड्स ਦੀਆਂ 3 ਟਾਈਪਸ ਹੁੰਦੀਆਂ। ਪਹਿਲੀਆਂ ਹੈਗੀਆਂ ਕੰਜ਼ੰਪਸ਼ਨ ਗੁड्स, ਅਗਲੀ ਹੈਗੀ ਹੈ ਕੈਪੀਟਲ ਗੁड्स, ਅੱਗੇ ਹੈਗੀ ਹੈ ਇਨਵੈਸਟਮੈਂਟ ਇਨ ਸਟਾਕ, ਠੀਕ ਹੈ। ਕੰਜ਼ੰਪਸ਼ਨ ਗੁड्स ਕਿਹੜੀਆਂ ਹੁੰਦੀਆਂ, ਉਪਭੋਗ ਵਸਤੂਆਂ। ਕੈਪੀਟਲ ਗੁड्स ਕਿਹੜੀਆਂ ਹੁੰਦੀਆਂ, ਪੂੰਜੀ ਵਸਤੂਆਂ। ਤੇ ਇਨਵੈਸਟਮੈਂਟ ਇਨ ਸਟਾਕ ਦੇ ਵਿੱਚ ਨਿਵੇਸ਼ ਜਿਹੜਾ ਕੀਤਾ ਜਾਂਦਾ। ਇਹ 3 ਤਰ੍ਹਾਂ ਦੀਆਂ ਫਾਈਨਲ ਗੁड्स ਦੀਆਂ ਕੀ ਹੈ ਟਾਈਪਸ ਆ, ਕਿਸਮਾਂ। ਦੇਖੋ ਕੰਜ਼ੰਪਸ਼ਨ ਗੁड्स ਕਿਹੜੀਆਂ ਹੁੰਦੀਆਂ, ਭੋਗ ਵਸਤੂਆਂ ਕਿਹੜੀਆਂ ਹੁੰਦੀਆਂ। ਫਾਈਨਲ ਗੁड्स ਕਹਿੰਦੇ ਫਾਈਨਲ ਗੁड्स ਆਰ ਯੂਜ਼ਡ ਬਾਈ ਦਾ ਕੰਜ਼ਿਊਮਰ ਐਂਡ ਪ੍ਰੋਡਿਊਸਰ। ਕਹਿੰਦੇ ਫਾਈਨਲ ਗੁड्स ਦੋਵਾਂ ਦੁਆਰਾ ਯੂਜ਼ ਕੀਤੀਆਂ ਜਾਂਦੀਆਂ, ਉਹ ਕੰਜ਼ਿਊਮਰ ਦੁਆਰਾ ਵੀ, ਉਪਭੋਗਤਾ ਦੁਆਰਾ ਵੀ, ਤੇ ਉਤਪਾਦਕ ਜਿਹੜਾ ਵਸਤੂਆਂ ਨੂੰ ਪ੍ਰੋਡਿਊਸ ਕਰਦਾ ਉਹਦੇ ਦੁਆਰਾ ਵੀ, ਠੀਕ ਹੈ। ਇਫ ਦਾ ਗੁड्स ਆਰ consumed by the ultimate consumer then these goods are called the consumption goods, ਠੀਕ ਹੈ। ultimate ਦਾ ਮਤਲਬ ਹੁੰਦਾ ਅੰਤਿਮ, ਠੀਕ ਹੈ, ਮਤਲਬ ਅੰਤਿਮ ਉਪਭੋਗਤਾ, ਠੀਕ ਹੈ। ਅਲਟੀਮੇਟ ਕੰਜ਼ਿਊਮਰ ਕਹਿੰਦੇ ਜਿਹੜੀਆਂ ਗੁड्स ਕੀ ਆ, ਇੱਕ ਕੋਈ ਵੀ ਅੰਤਿਮ ਉਪਭੋਗਤਾ ਉਹ ਲਾਸਟ ਤੇ ਖਰੀਦਦਾ, ਮਤਲਬ ਉਹਨੇ ਅੱਗੇ ਜਾ ਕੇ ਕੀ ਆ ਇਹਦੀ ਆਪਣੀ ਵਰਤੋਂ ਕਰਨੀ ਆ ਆਪਦੇ ਪਰਸਨਲ ਯੂਜ਼ ਲਈ। ਉਸ ਤੋਂ ਬਾਅਦ ਕੀ ਆ ਉਹ ਵਸਤੂ ਕੀ ਆ ਯੂਜ਼ ਨਹੀਂ ਹੋਊਗੀ, ਠੀਕ ਹੈ, ਉਹ ਚੀਜ਼ ਖਤਮ ਹੋ ਜੂਗੀ, ਉਹ ਉਹਦਾ ਆਖਰੀ ਕੰਜ਼ਿਊਮਰ ਆ, ਠੀਕ ਹੈ। ਤਾਂ ਕਰਕੇ ਉਹਨਾਂ ਵਸਤੂ ਨੂੰ ਆਪਾਂ ਕੀ ਕਹਿ ਸਕਦੇ ਹਾਂ ਵੀ ਉਹ ਕੀ ਆ ਕੰਜ਼ੰਪਸ਼ਨ ਗੁड्स ਆ। ਜਿਵੇਂ ਫੂਡ ਆ, ਠੀਕ ਹੈ, ਆਪਾਂ ਕਿਸੇ ਵੀ ਸ਼ੌਪ 'ਤੇ ਜਾਂਦੇ ਹਾਂ, ਆਪਾਂ ਫਰੂਟਸ ਖਰੀਦਦੇ ਹਾਂ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਵੈਜੀਟੇਬਲਸ ਖਰੀਦਦੇ ਹਾਂ, ਠੀਕ ਹੈ। ਆਪਾਂ ਉਹਦੇ ਅਲਟੀਮੇਟ ਕੰਜ਼ਿਊਮਰ ਆ, ਕਿਉਂਕਿ ਉਹਨਾਂ ਨੂੰ ਬਾਏ ਕਰਨ ਤੋਂ ਬਾਅਦ ਆਪਾਂ ਉਹਨੂੰ ਯੂਜ਼ ਕਰਨਾ, ਠੀਕ ਹੈ। ਕਲੋਥਸ ਆਪਾਂ ਕੀ ਆ ਆਪਣੇ ਯੂਜ਼ ਦੇ ਲਈ ਖਰੀਦਦੇ ਹਾਂ, ਆਪਾਂ ਉਹਦੇ ਅਲਟੀਮੇਟ ਕੰਜ਼ਿਊਮਰ ਆ। ਉਸ ਤੋਂ ਬਾਅਦ ਆਪਾਂ ਕੀ ਆ ਰੀਸੇਲ ਨਹੀਂ ਕਰਨੇ। ਜਿਵੇਂ ਲੈਪਟਾਪ ਆ, ਇਹ ਆਪਣੇ ਪਰਸਨਲ ਯੂਜ਼ ਲਈ ਲੈ ਸਕਦੇ ਹਾਂ। ਮੋਬਾਈਲ ਫੋਨਸ ਆ, ਠੀਕ ਹੈ, ਜਾਂ ਟੀਵੀ ਆ, ਇਹਨੂੰ ਆਪਾਂ ਅੱਗੇ ਨਾ ਹੀ ਰੀਸੇਲ ਕਰਦੇ ਹਾਂ, ਨਾ ਹੀ ਇਹਨਾਂ ਤੋਂ ਆਪਾਂ ਹੋਰਨਾਂ ਚੀਜ਼ਾਂ ਦੀ ਪ੍ਰੋਡਕਸ਼ਨ ਕਰਦੇ ਹਾਂ, ਠੀਕ ਹੈ। ਆਪਣੇ ਲਈ ਇਹ ਆਪਾਂ ਕੀ ਹੁੰਦੇ ਆ, ਇਹਦੇ ਅਲਟੀਮੇਟ ਕੰਜ਼ਿਊਮਰ ਹੁੰਦੇ ਆ, ਆਪਾਂ ਅੰਤਿਮ ਭੋਗਤਾ ਹੁੰਦੇ ਆ, ਠੀਕ ਹੈ। ਤਾਂ ਕਰਕੇ ਇਹਨਾਂ ਨੂੰ ਕੀ ਬੋਲਿਆ ਜਾਂਦਾ, ਕੰਜ਼ੰਪਸ਼ਨ ਗੁड्स ਬੋਲਿਆ ਜਾਂਦਾ, ਉਪਭੋਗੀ ਵਸਤੂਆਂ ਬੋਲਿਆ ਜਾਂਦਾ। ਕੰਜ਼ੰਪਸ਼ਨ ਗੁड्स ਆ ਜਿਹੜੀਆਂ ਭੋਗੀ ਵਸਤੂਆਂ, ਉਹ ਡਾਇਰੈਕਟਲੀ ਆਪਣੀਆਂ ਵਾਂਟਸ ਨੂੰ ਕੀ ਹੈ ਸੈਟਿਸਫਾਈ ਕਰਦੀ ਹੈ, ਠੀਕ ਹੈ। ਇਸ ਤੋਂ ਅੱਗੇ ਦੇਖੋ ਕੈਪੀਟਲ ਗੁड्स ਕੀ ਹੈ, ਫਾਈਨਲ ਗੁੱਡ ਦੀ ਅਗਲੀ ਟਾਈਪ ਕੀ ਹੈ ਕੈਪੀਟਲ ਗੁੱਡ, ਠੀਕ ਹੈ, ਜਿਹਨੂੰ ਪੂੰਜੀ ਵਸਤੂਆਂ ਕਿਹਾ ਜਾਂਦਾ, ਠੀਕ ਹੈ। ਪੂੰਜੀ ਸ਼ਬਦ ਹਮੇਸ਼ਾ ਕੀ ਹੈ ਮਸ਼ੀਨਾਂ ਵਗੈਰਾ ਦੇ ਨਾਲ ਜੁੜਿਆ ਹੁੰਦਾ, ਠੀਕ ਹੈ, ਪੈਸੇ ਦੇ ਨਾਲ, ਮਸ਼ੀਨਾਂ ਦੇ ਨਾਲ। Capital goods are meant for final investment and are not required to enter into the further stage of production or resale, ਠੀਕ ਹੈ। ਕਹਿੰਦੇ ਕੈਪੀਟਲ ਗੁड्स ਉਹ ਗੁड्स ਹੁੰਦੀਆਂ ਜਿਹੜੀ ਕਿ ਫਾਈਨਲ ਮਤਲਬ ਅੰਤਿਮ ਇਨਵੈਸਟਮੈਂਟ ਹੁੰਦੀ ਹੈ, ਠੀਕ ਹੈ। ਉਹਦੀ ਵਰਤੋਂ ਦੇ ਨਾਲ ਆਪਾਂ ਕੋਈ ਵੀ ਅੱਗੇ ਆਪਾਂ ਪ੍ਰੋਡਕਸ਼ਨ ਨਹੀਂ ਕਰਨੀ, ਨਾ ਹੀ ਉਹਨੂੰ ਰੀਸੇਲ ਕਰਨਾ। ਫੋਰ ਐਗਜ਼ਾਮਪਲ ਕੈਪੀਟਲ ਗੁड्स ਕਿਹੜੀਆਂ ਹੁੰਦੀਆਂ, ਜਿਵੇਂ ਕਿਸੇ ਫੈਕਟਰੀ ਦੀ ਬਿਲਡਿੰਗ ਬਣਾਈ, ਕਿਉਂਕਿ ਉੱਥੇ ਉਹਨੇ ਫੈਕਟਰੀ ਲਗਾਉਣੀ ਸੀ, ਉਹ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਆ, ਪਰ ਉਹਨੇ ਬਿਲਡਿੰਗ ਕਾਹਦੇ ਲਈ ਬਣਾਈ, ਆਪਦੇ ਯੂਜ਼ ਦੇ ਲਈ, ਠੀਕ ਹੈ। ਇਸ ਤੋਂ ਬਿਨਾਂ ਫੈਕਟਰੀਜ਼ ਦੇ ਵਿੱਚ ਮਸ਼ੀਨਸ ਲੈ ਕੇ ਆਉਂਦੀਆਂ, ਉਹ ਇੱਕ ਤਰ੍ਹਾਂ ਦੀ ਉਹਨੇ ਇਨਵੈਸਟਮੈਂਟ ਕੀਤੀ, ਨਾ ਕਿ ਉਹ ਮਸ਼ੀਨਸ ਕਿਸੇ ਨੂੰ ਅੱਗੇ ਰੀਸੇਲ ਕਰਨੀਆਂ, ਠੀਕ ਹੈ। ਆਫਿਸ ਫਰਨੀਚਰ ਮਤਲਬ ਫਰਨੀਚਰ, ਕਿਸੇ ਵੀ ਆਫਿਸ ਦੇ ਵਿੱਚ ਫਰਨੀਚਰ ਪਿਆ ਤਾਂ ਉਹ ਕੀ ਆ ਉਹਦੇ ਪਰਸਨਲ ਯੂਜ਼ ਲਈ ਹੈ, ਨਾ ਕਿ ਉਹਨੇ ਅੱਗੇ ਰੀਸੇਲ ਕਰਨਾ, ਨਾ ਹੀ ਫਰਨੀਚਰ ਤੋਂ ਕੋਈ ਫਰਦਰ ਪ੍ਰੋਡਕਸ਼ਨ ਕਰਨੀ ਹੈ। ਸੋ ਇਹਨਾਂ ਨੂੰ ਕੈਪੀਟਲ ਗੁड्स ਦੇ ਅੰਡਰ ਰੱਖਿਆ ਜਾਂਦਾ, ਠੀਕ ਹੈ। ਅੱਗੇ ਦੇਖੋ ਇਨਵੈਸਟਮੈਂਟ ਇਨ ਸਟਾਕ ਦੇ ਵਿੱਚ ਨਿਵੇਸ਼ ਕੀ ਆ। ਦੇਖੋ ਇਨਵੈਸਟਮੈਂਟ ਇਨ ਸਟਾਕਸ, ਕੋਈ ਵੀ ਸ਼ਾਪਕੀਪਰ ਆ ਉਹ ਕੀ ਆ 1 ਸਾਲ ਦੇ ਵਿੱਚ ਬਹੁਤ ਸਾਰਾ ਮਾਲ ਲੈ ਕੇ ਆਉਂਦਾ ਵੇਚਣ ਦੇ ਲਈ, ਠੀਕ ਹੈ। ਅੱਧਾ ਉਹਦੇ ਵਿੱਚੋਂ ਕੀ ਆ
सोल्ड हो जाता, सैल हो जाता, मतलब विक जाता, ठीक है। अद्धा की आ ਉਹਦੇ ਵਿੱਚ अनसोल्ड रह जाता, अनविकिया रह जाता, ठीक है। ਜਿਹੜਾ ਮਾਲ ਉਹਦੇ ਕੋਲ ਕੀ ਆ ਸਟਾਕ ਰਹਿ ਜਾਂਦਾ ਉਸੇ ਸਾਲ ਦੇ ਵਿੱਚ ਉਹਨੂੰ ਕੀ ਬੋਲਦੇ ਆ ਇਨਵੈਸਟਮੈਂਟ ਇਨ ਸਟਾਕ। ਦੇਖੋ ਦਾ ਐਡੀਸ਼ਨ ਟੂ ਦਾ ਸਟਾਕ ਐਟ ਦਾ ਐਂਡ ਆਫ ਦਾ ਈਅਰ, ਸਾਲ ਦੇ ਅੰਤ ਦੇ ਵਿੱਚ ਜਿਹੜਾ ਸਟਾਕ ਕੀ ਆ ਉਹਦੇ ਕੋਲ ਬਚਿਆ ਰਹਿ ਜਾਂਦਾ, ਠੀਕ ਹੈ, ਉਹਨੂੰ ਕੀ ਬੋਲਦੇ ਆ ਇਨਵੈਸਟਮੈਂਟ ਇਨ ਸਟਾਕ, ਠੀਕ ਹੈ। ਦੇਖੋ ਦਾ ਅਨਸੋਲਡ ਗੁਡਸ ਡਿਊਰਿੰਗ ਦਾ ਈਅਰ ਆਫ ਪਰਚੇਜ਼, ਕਹਿੰਦੇ ਇੱਕ ਜਿਹੜੇ ਸਾਲ ਦੇ ਵਿੱਚ ਮਾਲ ਖਰੀਦਿਆ ਜਾਂਦਾ ਉਹਦੇ ਵਿੱਚੋਂ ਜਿਹੜੀਆਂ ਗੁਡਸ ਅਨਸੋਲਡ ਰਹਿ ਜਾਂਦੀਆਂ ਉਹਨੂੰ ਕੀ ਬੋਲਦੇ ਆ ਫਾਈਨਲ ਗੁਡਸ ਬੋਲਿਆ ਜਾਂਦਾ, ਤੇ ਉਹਨਾਂ ਨੂੰ ਵੀ ਹੋਰ ਕੀ ਬੋਲਿਆ ਜਾਂਦਾ ਇਨਵੈਸਟਮੈਂਟ ਇਨ ਸਟਾਕਸ, ਓਕੇ। ਇਸ ਤੋਂ ਅੱਗੇ ਦੇਖੋ ਇੰਟਰਮੀਡੀਏਟਰੀ ਗੁਡਸ ਕਿਹੜੀਆਂ ਹੁੰਦੀਆਂ। ਫੋਰ ਐਗਜ਼ਾਮਪਲ ਪਹਿਲਾ ਐਗਜ਼ਾਮਪਲ ਦੇਖੋ ਜਿਹੜੀ ਵੀਟ ਹੈ ਤੇ ਇੱਕ ਫਲੋਰ ਆ, ਠੀਕ ਹੈ। ਕਣਕ ਤੋਂ ਕਣਕ ਦਾ ਆਟਾ ਬਣਾਇਆ ਜਾਂਦਾ। ਹੁਣ ਦੇਖੋ ਜਿਹੜਾ ਫਲੋਰ ਆ ਉਹ ਕੀ ਆ ਫਾਈਨਲ ਗੁੱਡ ਆ, ਤੇ ਵੀਟ ਕੀ ਆ ਇੰਟਰਮੀਡੀਏਟ ਗੁੱਡ ਆ, ਕਿਉਂਕਿ ਇਸ ਗੁੱਡ ਦੀ ਵਰਤੋਂ ਵੀਟ ਦੀ ਵਰਤੋਂ ਕਾਹਦੇ ਵਿੱਚ ਹੋਈ ਅੱਗੇ ਜਾ ਕੇ ਆਟਾ ਬਣਾਉਣ ਦੇ ਵਿੱਚ। ਸੋ ਜਿਹੜਾ ਆਪਾਂ ਕਹਿ ਸਕਦੇ ਹਾਂ ਜਿਹੜੀ ਕਣਕ ਆ ਉਹ ਇੰਟਰਮੀਡੀਏਟ ਵੱਧ ਵਰਤੀ ਵਸਤੂ ਆ, ਠੀਕ ਹੈ। ਦੇਖੋ ਹੁਣ ਇਹਦੀ ਡੈਫੀਨੇਸ਼ਨ ਇੰਟਰਮੀਡੀਏਟ ਗੁਡਸ ਆਰ ਨਥਿੰਗ ਬਟ ਦੋਜ਼ ਗੁਡਸ ਵਿਚ ਆਰ ਯੂਜ਼ਡ ਆਈਦਰ ਫॉर ਰੀਸੇਲ ਔਰ ਫॉर ਦਾ ਫਰਦਰ ਪ੍ਰੋਡਕਸ਼ਨ ਇਨ ਦਾ ਸੇਮ ਈਅਰ। ਕਹਿੰਦੇ ਉਹ ਵਸਤੂਆਂ ਨੂੰ ਇੰਟਰਮੀਡੀਏਟ ਗੁੱਡਸ ਬੋਲਿਆ ਜਾਂਦਾ ਜਿਨ੍ਹਾਂ ਦੀ ਵਰਤੋਂ ਕੀ ਆ ਜਾਂ ਤਾਂ ਉਹਨੂੰ ਅੱਗੇ ਵੇਚਿਆ ਜਾਂਦਾ ਜਾਂ ਫਿਰ ਉਹਨਾਂ ਦਾ ਯੂਜ਼ ਕਿਸੇ ਹੋਰਨਾਂ ਪ੍ਰੋਡਕਸ਼ਨ ਹੋਰ ਵਸਤੂਆਂ ਦੀ ਪ੍ਰੋਡਕਸ਼ਨ ਕਰਨ ਦੇ ਵਿੱਚ ਕੀਤਾ ਜਾਂਦਾ, ਠੀਕ ਹੈ। ਇੰਟਰਮੀਡੀਏਟ ਗੁੱਡਸ ਆਰ ਜਨਰਲੀ ਪਰਚੇਜ਼ਡ ਬਾਈ ਵਨ ਪ੍ਰੋਡਕਸ਼ਨ ਯੂਨਿਟ ਫਰੋਮ ਅਨਦਰ ਪ੍ਰੋਡਕਸ਼ਨ ਯੂਨਿਟ, ਠੀਕ ਹੈ। ਮੰਨ ਲਓ ਹੁਣ ਦੋ ਜਾਣੇ ਪ੍ਰੋਡਕਸ਼ਨ ਕਰ ਰਹੇ ਆ, ਠੀਕ ਹੈ, ਇੱਕ ਯੂਨਿਟ ਫਸਟ ਆ ਤੇ ਇੱਕ ਸੈਕਿੰਡ ਆ। ਹੁਣ ਦੇਖੋ ਇੱਕ ਕੋਲ ਕਾਟਨ ਆ, ਠੀਕ ਹੈ, ਤੇ ਇੱਕ ਕਾਟਨ ਬਣਾ ਰਹੇ ਨੇ, ਠੀਕ ਹੈ, ਤੇ ਇੱਕ ਕੀ ਆ ਜਿਹੜੇ ਕਲੋਥਸ ਬਣਾ ਰਹੇ ਨੇ, ਠੀਕ ਹੈ। ਹੁਣ ਦੇਖੋ ਜਿਹੜੀ ਇੱਕ ਪ੍ਰੋਡਕਸ਼ਨ ਫਰਮ ਆ ਜਿਹੜੀ ਕਾਟਨ ਬਣਾਉਂਦੀ ਆ ਉਹਦੇ ਤੋਂ ਕੀ ਆ ਕਾਟਨ ਖਰੀਦ ਲਊਗੀ ਜਿਹੜੀ ਪ੍ਰੋਡਕਸ਼ਨ ਕੀ ਕਰਦੀ ਹੈ ਜਿਹੜੀ ਫਰਮ ਕਲੋਥਸ ਬਣਾਉਂਦੀ ਹੈ, ਠੀਕ ਹੈ। ਹੁਣ ਜਿਹੜੀ ਕਾਟਨ ਆ ਉਹ ਕੀ ਆ ਇੰਟਰਮੀਡੀਏਟ ਗੁੱਡਸ ਆ, ਠੀਕ ਹੈ, ਕਿਉਂਕਿ ਉਹਦੀ ਵਰਤੋਂ ਕਿਹਦੇ ਵਿੱਚ ਹੋਈ ਆ ਹੋਰਨਾਂ ਚੀਜ਼ ਬਣਾਉਣ ਵਿੱਚ, ਹੋਰਨਾਂ ਵਸਤੂਆਂ ਦਾ ਉਤਪਾਦਨ ਕਰਨ ਵਿੱਚ, ਮਤਲਬ ਕੱਪੜੇ ਬਣਾਉਣ ਵਿੱਚ। ਸੋ ਦੇਖੋ ਮੱਧਵਰਤੀ ਵਸਤੂਆਂ ਉਹ ਵਸਤੂਆਂ ਹਨ ਜੋ ਅੱਗੇ ਵਿਕਰੀ ਲਈ ਜਾਂ ਉਸੇ ਹੀ ਸਾਲ ਦੇ ਵਿੱਚ ਅੱਗੇ ਉਤਪਾਦਨ ਦੇ ਲਈ ਵਰਤੀਆਂ ਜਾਂਦੀਆਂ ਹਨ, ਠੀਕ ਹੈ। ਉਹ ਵਸਤੂਆਂ ਜਿਨ੍ਹਾਂ ਨੂੰ ਅੱਗੇ ਵੇਚਿਆ ਜਾ ਸਕਦਾ ਤੇ ਜਾਂ ਫਿਰ ਅੱਗੇ ਉਹਨਾਂ ਦੀ ਵਰਤੋਂ ਹੋਰਨਾਂ ਵਸਤੂਆਂ ਦੇ ਉਤਪਾਦਨ ਦੇ ਲਈ ਕੀਤੀ ਜਾਂਦੀ ਹੈ ਉਹਨੂੰ ਇੰਟਰਮੀਡੀਏਟਰੀ ਗੁੱਡ ਬੋਲਿਆ ਜਾਂਦਾ, ਠੀਕ ਹੈ। ਇੱਥੇ ਵੀਟ ਫੋਰ ਐਗਜ਼ਾਮਪਲ ਉਹੀ ਐਗਜ਼ਾਮਪਲ ਦੇਖੋ ਵੀਟ ਕੀ ਹੈ ਇੰਟਰਮੀਡੀਏਟਰੀ ਗੁੱਡਸ, ਜਦੋਂ ਵੀਟ ਤੋਂ ਫਲੋਰ ਬਣਾਇਆ ਜਾਂਦਾ ਤਾਂ ਉਹ ਫਾਈਨਲ ਗੁੱਡ ਹੋ ਗਈ। ਇਸੇ ਤਰ੍ਹਾਂ ਹੀ ਕਾਟਨ ਕੀ ਆ ਕਾਟਨ ਆਪਣੀ ਹੋ ਜੂਗੀ ਇੰਟਰਮੀਡੀਏਟਰੀ ਗੁੱਡਸ ਤੇ ਕਲੋਥਸ ਕਿਹੜੇ ਹੋ ਜਾਣਗੇ ਆਪਣੇ ਫਾਈਨਲ ਗੁੱਡਸ, ਓਕੇ।